ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਂਦ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਰਦਾ ਹਾਂ। ਦਰਸ਼ਕੋ, ਜਿੱਦਾਂ ਕਿ ਆਪ ਜੀ ਸਾਰੇ ਜਾਣਦੇ ਹੋ, ਆਪਾਂ ਹਮੇਸ਼ਾ ਹੀ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ ਕੁਝ ਇਹੋ ਜਿਹੀਆਂ ਗੱਲਾਂ ਤੇ ਉੱਤੇ ਗੱਲਬਾਤ ਕਰਨ ਦੇ ਲਈ ਜਿਹੜੇ ਕਿ ਮੈਨੂੰ ਲੱਗਦਾ ਸਾਡੇ ਸਿੱਖ ਸਮਾਜ ਲਈ ਬੇहद ਜ਼ਰੂਰੀਆਂ ਹਨ। ਕਾਫੀ ਲੰਬੇ ਸਮੇਂ ਤੋਂ ਸੰਗਤ ਨੂੰ ਵੀ ਸਾਨੂੰ ਵੀ ਇੱਕ ਉਮੀਦ ਹੁੰਦੀ ਹੈਗੀ ਹੈ ਕਿ ਕਦੇ ਤਾਂ ਸਾਡੇ ਜਿਹੜੇ ਆਗੂ ਹੈਗੇ ਨੇ ਕੋਈ ਤਾਂ ਐਸੀ ਕੋਈ ਗੱਲ ਬੋਲੇ ਜਿਹਦੇ ਉੱਤੇ ਡਿਸਕਸ਼ਨ ਕਰਨ ਦਾ ਸਾਡਾ ਦਿਲ ਕਰੇ। ਬੜੀ ਕੋਸ਼ਿਸ਼ ਕਰਦੇ ਹਾਂ ਆਪਾਂ ਕਿ ਕਦੇ ਢੂੰਡ ਸਕੀਏ, ਕਦੇ ਉਸ ਚੀਜ਼ ਨੂੰ ਲੱਭ ਸਕੀਏ ਕਿ ਉਸ ਚੀਜ਼ ਨੂੰ ਵੀ ਤੁਹਾਡੇ ਸਾਹਮਣੇ ਲੈ ਕੇ ਆਈਏ। ਲੇਕਿਨ ਜਦ ਵਾਕਈ ਉਹ ਚੀਜ਼ ਸਾਡੇ ਸਾਹਮਣੇ ਆਂਦੀ ਅੱਗੇ ਆਂਦੀ ਹੈ ਤੇ ਮੈਨੂੰ ਲੱਗਦਾ ਕਿ ਉਸ ਦੇ ਉੱਤੇ ਗੱਲ ਕਰਨਾ ਵੀ ਬੇहद ਜ਼ਰੂਰੀ ਹੈ। ਹੁਣੇ ਹੀ ਆਪਾਂ ਜਾਣਦੇ ਹਾਂ ਕਿ ਰਿਆਸੀ ਵਿਖੇ ਇੱਕ ਸਮਾਗਮ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ, ਤੇ ਕਈ ਵਾਰੀ ਵੇਖਦੇ ਹਾਂ ਆਪਾਂ ਕਿ ਕਾਫੀ ਐਸੇ ਵਿਚਾਰ ਸੁਣਨ ਨੂੰ ਮੌਕੇ ਮਿਲਦੇ ਹਨ, ਕਾਫੀ ਅੱਛੀ ਚੀਜ਼ਾਂ ਦੇਖਣ ਨੂੰ ਮਿਲਦੀਆਂ, ਅਸੀਂ ਉਹਦੇ ਉੱਪਰ ਡਿਸਕਸ਼ਨ ਜਿਹੜੀ ਕਰਦੇ ਹੈਗੇ ਆ। ਤਾਂ ਇੱਕ ਬਹੁਤ ਹੀ ਸੁਚੇਚੇ ਢੰਗ ਦੇ ਨਾਲ ਦਿੱਤਾ ਹੋਇਆ ਉੱਥੇ ਦੇ ਜਿਹੜੇ ਮੀਤ ਸਕੱਤਰ ਹੈਗੇ ਨੇ ਅਖਨੂਰ ਦੇ, ਉਹਨਾਂ ਦੇ ਵੱਲੋਂ ਸਟੇਜ ਦੇ ਉੱਤੇ ਗੱਲਬਾਤ ਕੀਤੀ ਗਈ। ਮੈਨੂੰ ਲੱਗਦਾ ਉਹਦੇ ਉੱਤੇ ਅੱਜ ਸਾਨੂੰ ਵਿਚਾਰ ਕਰਨ ਦੀ ਬੇहद ਜ਼ਰੂਰਤ ਸੀ। ਕੁਝ ਇਹੋ ਜਿਹੀਆਂ ਗੱਲਾਂ ਜਿਸ ਦੇ ਉੱਤੇ ਡਿਸਕਸ਼ਨ ਕਰਨੀ, ਇੱਕ ਸੋਚ ਰੱਖਣੀ ਕਿ ਕਦ ਤੱਕ ਆਪਾਂ ਜਿਹੜੀ ਡਿਮਾਂਡਸ ਨੂੰ ਰੱਖਦੇ ਰਵਾਂਗੇ, ਕਦ ਤੱਕ ਆਪਣੇ ਜਿਹੜੇ ਜ਼ਰੂਰੀ ਮੁੱਦੇ ਨੇ ਸਾਡੇ ਜੰਮੂ ਕਸ਼ਮੀਰ ਦੇ ਉਹਨਾਂ ਨੂੰ ਵੱਖੋ-ਵੱਖ ਥਾਵਾਂ ਦੇ ਉੱਤੇ ਜਾ ਕੇ ਵੱਖੋ-ਵੱਖੋ ਪਾਰਟੀਆਂ ਦੇ ਤਰਫ ਤੋਂ ਮੈਮੋਰੈਂਡਮ ਜਿਹੜੇ ਦਿੱਤੇ ਜਾਣਗੇ। ਕਿਆ ਇੱਥੇ ਤੱਕ ਹੀ ਆਪਾਂ ਸੀਮਿਤ ਰਹਿ ਚੁੱਕੇ ਹਾਂ ਕਿ ਜਿਹੜਾ ਵੀ ਗੁੱਟ ਹੈਗਾ ਉਹ ਆਪਣੇ ਤਰਫ ਤੋਂ ਇੱਕ ਮੈਮੋਰੈਂਡਮ ਤਿਆਰ ਕਰਵਾ ਕੇ ਅੱਗੇ ਰੱਖ ਦੇ? ਜ਼ਰੂਰਤ ਹੈ ਇਸ ਦੇ ਉੱਤੇ ਗੱਲ ਕਰਨ ਦੀ, ਜ਼ਰੂਰਤ ਹੈ ਇਸ ਚੀਜ਼ ਦੇ ਉੱਤੇ ਬਾਰ-ਬਾਰ ਡਿਸਕਸ਼ਨ ਕਰਨ ਦੀ, ਕਿਉਂਕਿ ਇੱਕ ਲੰਬੇ ਅਰਸੇ ਤੋਂ ਕਾਫੀ ਸਾਲਾਂ ਤੋਂ ਜਿਹੜੀਆਂ ਮੈਮੋਰੈਂਡਮਸ ਜਿਹੜੇ ਹੈਗੇ ਨੇ, ਸਿੱਖਾਂ ਦੀ ਜਿਹੜੀ ਡਿਮਾਂਡਸ ਹੈਗੀਆਂ ਨੇ, ਉਹ ਇੰਨੇ ਸਾਲਾਂ ਤੋਂ ਮੈਂ ਜੇਕਰ ਗਲਤ ਨਹੀਂ ਆ ਤੇ ਅੱਜ ਉਦਾਂ ਦੀ ਉਦਾਂ ਹੀ ਪਈ ਹੈਗੀਆਂ ਨੇ, ਇੱਕ ਵੀ ਘੱਟ ਨਹੀਂ ਹੋਈ ਉਸ ਦੇ ਵਿੱਚੋਂ। ਤੇ ਮੈਨੂੰ ਲੱਗਦਾ ਹੈ ਇਹ ਸਵਾਲ ਜਿਹੜਾ ਸਾਡੇ ਸਾਰੇ ਹੀ ਆਗੂ ਜਿੰਨੇ ਵੀ ਸਾਨੂੰ ਰਿਪਰੈਜ਼ੈਂਟ ਕਰਦੇ ਹੈਗੇ ਨੇ ਜੰਮੂ ਕਸ਼ਮੀਰ ਦੇ ਵਿੱਚ, ਸਾਰਿਆਂ ਨੂੰ ਪੁੱਛਣਾ ਚਾਹੁੰਦਾ। ਤੇ ਮੈਨੂੰ ਲੱਗਦਾ ਹੈ ਕਿ ਅਗਰ ਇੱਕ ਵੀ ਡਿਮਾਂਡ ਘੱਟ ਨਹੀਂ ਨਾ ਹੋਈ, ਇੱਕ ਵੀ ਜਿਹੜੇ ਆਪਾਂ ਚਾਹੁੰਦੇ ਸੀ ਉਹ ਸਾਨੂੰ ਨਹੀਂ ਨਾ ਮਿਲਿਆ, ਇਹ ਕਿਧਰੇ ਨਾ ਕਿਧਰੇ ਕਮਜ਼ੋਰੀ ਔਰ ਘਾਟ ਵੀ ਰਹਿ ਗਈ। ਆਪਾਂ ਕਹਿੰਦੇ ਆ ਨਾ ਕਿ ਸੰਗਤ ਇਕਜੁੱਟ ਨਹੀਂ ਹੈ। ਕਹਿ ਰਹੇ ਸੀ, ਸੁਣ ਰਹੇ ਸੀ ਉਹਨਾਂ ਦੀ ਪੂਰੀ ਗੱਲਬਾਤ, ਆਪਾਂ ਮੇਰੇ ਦਿਲ ਨੂੰ ਤੇ ਬੜਾ ਸਕੂਨ ਮਿਲਿਆ ਇਹ ਚੀਜ਼ਾਂ ਸੁਣ ਕੇ ਕਿ ਸੰਗਤ ਜਿਹੜੀ ਹੈ ਅੱਜ ਵੀ 98 ਤੋਂ 99% ਇਕੱਠੀ ਹੈ, ਔਰ ਜਿਹੜੀ ਇਕੱਠੀ ਨਹੀਂ ਹੈ ਨਾ 2 ਤੋਂ 3%, ਉਹ ਸਿਰਫ ਸਾਡੇ ਆਗੂ ਨੇ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਵਸਦੇ ਹਨ। ਐਸੀਆਂ ਡਿਮਾਂਡਸ ਜਿਹੜੀ ਆਪਾਂ ਇਕੱਠੇ ਬੈਠ ਕੇ ਆਪਾਂ ਉਸ ਚੀਜ਼ ਦੇ ਉੱਪਰ ਡਿਸਕਸ਼ਨ ਕਰਕੇ ਮੈਨੂੰ ਲੱਗਦਾ ਬੜੇ ਹੀ ਸੁਚੇਚੇ ਢੰਗ ਨਾਲ ਆਪਾਂ ਖਤਮ ਕਰ ਸਕਦੇ ਸੀ। ਲੇਕਿਨ ਘਾਟ ਰਹਿ ਗਈ ਇਕਜੁੱਟਤਾ ਦੀ, ਘਾਟ ਰਹਿ ਗਈ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਉਨ ਟੌਪਿਕਸ ਦੇ ਉੱਤੇ ਡਿਸਕਸ਼ਨ ਕਰਨ ਦੀ। ਬੜੇ ਸਾਰੇ ਐਸੇ ਮੁੱਦੇ ਨੇ ਜਿਹੜੇ ਤੁਸੀਂ ਡੇਲੀ ਸਾਡੇ ਚੈਨਲ ਹੋਂਦ ਚੈਨਲ ਦੇ ਉੱਤੇ ਵੱਖੋ-ਵੱਖ ਪਲੇਟਫਾਰਮ ਦੇ ਉੱਤੇ ਸੁਣਦੇ ਹੈਗੇ ਹੋ। ਕੁਝ ਚੰਦ ਮੁੱਦੇ ਐਸੇ ਨੇ ਮੈਨੂੰ ਲੱਗਦਾ ਕਿ ਉਹਦੇ ਉੱਪਰ ਤੇ ਕੋਈ ਕਨਫਲਿਕਟ ਹੀ ਨਹੀਂ ਸੀ ਹੋਣਾ ਚਾਹੀਦਾ। ਸਭ ਤੋਂ ਵੱਡਾ ਜਿਹੜਾ ਮੁੱਦਾ ਸੀ ਉਹ ਸੀ ਕੰਜਵਾਣੀ, ਜਿਹੜਾ ਸਾਡਾ ਐਂਟਰੈਂਸ ਪੁਆਇੰਟ ਹੈ ਜਿਹੜਾ ਸਾਡਾ ਜੰਮੂ ਰੀਜਨ ਦਾ, ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਲਗਾਉਣ ਤੋਂ। ਹੁਣ ਥੋੜੀ ਦੇਰ ਪਹਿਲੇ ਮੇਰੀ ਗੱਲਬਾਤ ਹੋ ਰਹੀ ਸੀ ਕਿਸੇ ਦੇ ਨਾਲ, ਇਸੇ ਚੀਜ਼ ਦੇ ਉੱਪਰ ਵਿਚਾਰ ਵਟਾਂਦਰਾ ਹੋ ਰਿਹਾ ਸੀ ਕਿ ਆਪਾਂ ਕੀ ਕਰ ਸਕਦੇ ਹਾਂ ਉਸ ਦੇ ਚੀਜ਼ ਦੇ ਉੱਪਰ। ਜੀਆਂ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕਿਹਾ ਗਿਆ ਕਿ ਉੱਥੇ ਬੁੱਤ ਨਹੀਂ ਲੱਗ ਸਕਦਾ ਕਿਉਂਕਿ ਉੱਥੇ ਫਲਾਈਓਵਰ ਆ ਰਿਹਾ, ਉੱਥੇ ਬ੍ਰਿਜ ਆ ਰਿਹਾ। ਤੇ ਜਦੋਂ ਇਸ ਚੀਜ਼ ਦੇ ਉੱਪਰ ਅਸੀਂ ਡੂੰਘਾਈ ਨਾਲ ਡਿਸਕਸ਼ਨ ਕੀਤੀ ਕਿ ਇਸ ਚੀਜ਼ ਨੂੰ ਆਪਾਂ ਕਿਸ ਤਰ੍ਹਾਂ ਸੰਗਤਾਂ ਦੇ ਸਾਹਮਣੇ ਲਿਆ ਸਕਦੇ ਜਾਂ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਕੀ ਮੰਗ ਰੱਖ ਸਕਦੇ ਹਾਂ ਇਸ ਦੇ ਉੱਤੇ, ਕਿਉਂਕਿ ਅਗਰ ਇਹ ਚੀਜ਼ ਹੈ ਤੇ ਆਪਾਂ ਚਾਹੁੰਦੇ ਕੀ ਆ, ਸਾਨੂੰ ਉਸ ਚੀਜ਼ ਦਾ ਹੱਕ ਕੀ ਚਾਹੀਦਾ, ਆਪਾਂ ਇਸ ਚੀਜ਼ ਦੇ ਉੱਪਰ ਹੀ ਕਨਫਿਊਜ਼ ਰਹਿ ਗਏ ਕਿਉਂਕਿ ਇਸ ਦੇ ਉੱਤੇ ਤਾਂ ਗੱਲ ਹੀ ਨਹੀਂ ਕੀਤੀ ਕਦੇ ਕਿਸੇ ਨੇ ਕੋਈ। ਆਪਾਂ ਚਾਹੁੰਦੇ ਸਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ। ਤੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਇਸ ਚੀਜ਼ ਦੇ ਉੱਤੇ ਡਿਸਕਸ਼ਨ ਹੋਈ। ਕਹਿੰਦੇ ਨਾ ਜਦੋਂ ਕਿਸੇ ਟੌਪਿਕ ਦੇ ਉੱਤੇ ਡਿਸਕਸ਼ਨ ਹੁੰਦੇ ਨਾ ਉਹਦੇ ਤੱਥ ਵੀ ਨਿਕਲ ਕੇ ਸਾਹਮਣੇ ਆਉਂਦੇ ਨੇ। ਤੇ ਮੈਨੂੰ ਖੁਸ਼ੀ ਹੈ ਇਸ ਚੀਜ਼ ਦੇ ਉੱਤੇ ਕਿ ਜਦ ਉਸ ਜਗ੍ਹਾ ਦੇ ਉੱਤੇ ਬੁੱਤ ਲੱਗ ਹੀ ਨਹੀਂ ਸੀ ਸਕਦਾ ਕਿ ਕਿਸੇ ਇੱਕ ਵੀ ਆਗੂ ਨੇ ਇਹ ਚੀਜ਼ ਨਹੀਂ ਸੋਚੀ ਕਿ ਕਿਆ ਆਪਾਂ ਉਸ ਚੌਕ ਨੂੰ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਤੇ ਵਿਜ਼ੂਅਲਾਈਜ਼ ਕਰਕੇ ਉਸ ਨੂੰ ਚੌਕ ਬਣਾ ਸਕਦੇ। ਇਹ ਸਵਾਲ ਤੁਸੀਂ ਆਪਣੇ ਆਪ ਤੋਂ ਪੁੱਛਣਾ ਹੈ। ਠੀਕ ਹੈ, ਬੁੱਤ ਨਹੀਂ ਲੱਗਦਾ, ਉੱਥੇ ਕੋਈ ਵੀ ਰੀਜ਼ਨ ਸੀਗੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕਿ ਆਪਾਂ ਨਹੀਂ ਸੀ ਸੋਚ ਸਕਦੇ ਕਿ ਇੱਕ ਨੇਮ ਪਲੇਟ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਉੱਥੇ ਲੱਗ ਸਕਦੀ, ਕਿ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਇਹ ਨਹੀਂ ਸੀ ਕਹਿ ਸਕਦੇ ਕਿ ਉਸ ਚੌਕ ਦਾ ਨਾਮ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚੌਕ ਤੋਂ ਨਾਮ ਤੋਂ ਰੱਖ ਦਿੱਤਾ ਜਾਏ, ਤਾਂ ਕਿ ਉੱਥੋਂ ਲੰਘਦਿਆਂ ਗੁਜ਼ਰਦਿਆਂ ਕੋਈ ਵੀ ਬਾਹਰ ਤੋਂ ਵੀ ਜਿਹੜਾ ਘੁੰਮਣ ਲਈ ਆਉਂਦਾ ਜੰਮੂ ਕਸ਼ਮੀਰ ਦੇ ਵਿੱਚ ਜਾਂ ਜੰਮੂ ਰੀਜਨ ਦੇ ਅੰਦਰ ਐਂਟਰ ਕਰਦਾ, ਉਸ ਚੌਕ ਨੂੰ ਕੰਜਵਾਣੀ ਚੌਕ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਤੋਂ ਜਾਣਿਆ ਜਾਂਦਾ। ਜਦੋਂ ਇਹ ਚੀਜ਼ ਤੁਸੀਂ ਸੋਚੋਗੇ ਨਾ, ਤੇ ਮੈਨੂੰ ਜਿੱਥੇ ਤੱਕ ਮੈਨੂੰ ਆਪਣੇ ਆਪ ਨੂੰ ਲੱਗਿਆ ਕਿ ਘਾਟ ਰਹਿ ਗਈ ਹੈ ਸਾਨੂੰ ਇਸ ਚੀਜ਼ ਦੇ ਉੱਤੇ ਡਿਸਕਸ਼ਨ ਕਰਨ ਦੀ, ਇਹ ਆਪ ਜੀ ਦੇ ਦਿਮਾਗ ਦੇ ਵਿੱਚ ਵੀ ਆਏਗਾ ਕਿ ਸੰਗਤ ਅੱਜ ਵੀ ਇਕੱਠੀ ਹੈ
ਅੱਜ ਵੀ ਸੁਚੇਤ ਹੈ, ਅੱਜ ਵੀ ਆਪਣੇ ਹੱਕਾਂ ਨੂੰ ਜਾਣਦੀ ਹੈ ਤੇ ਅੱਜ ਵੀ ਉਹ ਸਮਝਦੀ ਹੈ ਕਿ ਸਾਡੇ ਨੌਜਵਾਨ ਪੀੜ੍ਹੀ ਦੇ ਲਈ, ਸਾਡੇ ਆਉਣ ਵਾਲੀ ਪੀੜ੍ਹੀ ਦੇ ਲਈ ਕਿਹੜੇ ਉਹ ਹੱਕ ਹਨ ਜਿਹੜੇ ਸਾਨੂੰ ਚਾਹੀਦੇ ਨੇ ਤੇ ਕਿਹੜੀ ਉਹ ਚੀਜ਼ਾਂ ਨੇ। ਮੈਨੂੰ ਲੱਗਦਾ ਹੈ ਕਿ ਜਿਹੜੀ ਉਹ ਚੀਜ਼ਾਂ ਸਾਡੇ ਲਈ ਵਾਜਿਬ ਹਨ ਔਰ ਸਾਨੂੰ ਜ਼ਰੂਰੀ ਹਨ ਜਿਹੜੀ ਆਉਣ ਵਾਲੀ ਚੀਜ਼ਾਂ ਦੇ। ਲੇਕਿਨ ਘਾਟਾ ਕਿਸ ਚੀਜ਼ ਹੈ? ਵਿਜ਼ੂਅਲਾਈਜ਼ ਕਰਨ ਦਾ। ਜਿਹੜੇ ਸਾਡੇ ਆਗੂ ਹੈਗੇ ਨੇ ਆਪਣੇ ਆਪ ਦੇ ਵਿੱਚ ਹੀ ਉਹ ਇਹ ਚੀਜ਼ ਨੂੰ ਜ਼ਰੂਰ ਸੋਚਣ ਕਿ ਆਪਾਂ ਇੱਕ ਪਲੇਟਫਾਰਮ ਤੇ ਕਿੱਦਾਂ ਖੜੇ ਕਰ ਸਕਦੇ ਹਾਂ, ਕਿਉਂਕਿ ਇਹ ਡਿਮਾਂਡਸ ਅੱਜ ਦੀ ਨਹੀਂ ਹੈਗੀਆਂ ਕਿ ਇਕਬਾਲ ਸਿੰਘ ਜੀ ਲਾਲਪੁਰਾ ਆਏ, ਮਨਜਿੰਦਰ ਸਿੰਘ ਸਿਰਸਾ ਹੋਰੀ ਆਏ ਜਾਂ ਫਿਰ ਪੂਰੀ ਸਾਹਿਬ ਇੱਥੇ ਹੋ ਕੇ ਚਲੇ ਗਏ। ਇਹ ਅੱਜ ਦਾ ਮਸਲਾ ਨਹੀਂ ਹੈ ਕਿ ਇਹ ਤਿੰਨੋਂ ਅੱਜ ਇੱਥੇ ਆਏ ਤੇ ਅੱਜ ਹੀ ਮਸਲਾ ਸਟਾਰਟ ਹੋ ਗਿਆ। ਬਹੁਤ ਲੌਂਗ ਪੈਂਡਿੰਗ ਡਿਮਾਂਡਸ ਹੈਗੀਆਂ ਨੇ ਜਿਹੜੀ ਮੈਨੂੰ ਲੱਗਦਾ ਹੈ ਕਾਫੀ ਅਰਸੇ ਤੋਂ ਜਿਹੜੀ ਅੱਜ ਉਦਾਂ ਦੀ ਉਦਾਂ ਹੀ ਪਈਆਂ ਹੋਈਆਂ ਹੈਗੀਆਂ ਨੇ। ਉਹਦੇ ਉੱਪਰ ਕੋਈ ਵੀ ਕੰਮ ਜਿਹੜਾ ਨਹੀਂ ਕੀਤਾ ਗਿਆ। ਉਹ ਕੰਮ ਕਿੱਦਾਂ ਹੋ ਸਕਦਾ ਸੀ ਜਦੋਂ ਆਪਾਂ ਸਾਰੇ ਇਕੱਠੇ ਮਿਲ ਕੇ ਬੈਠਦੇ, ਇੱਕ ਤਾਂ ਕੋਈ ਇਨੀਸ਼ੀਏਟਿਵ ਲਏ, ਇੱਕ ਤਾਂ ਕੋਈ ਐਸਾ ਸੂਝਵਾਨ ਸ਼ਖਸ ਜੰਮੂ ਕਸ਼ਮੀਰ ਦੇ ਵਿੱਚ ਹੋਏ ਆਗੂਆਂ ਦੇ ਵਿੱਚੋਂ ਜਿਹੜਾ ਇਹ ਚੀਜ਼ ਦਾ ਦਰਦ ਰੱਖਦਾ ਹੋਏ। ਕਿਉਂ ਨਾ ਆਪਾਂ ਇੱਕ ਪਲੇਟਫਾਰਮ ਤੇ ਖੜੇ ਹੋ ਕੇ ਇਸ ਚੀਜ਼ ਦੇ ਉੱਪਰ ਡਿਸਕਸ਼ਨ ਕਰੀਏ। ਮੁਬਾਰਕ ਹੈ ਹਰ ਇੱਕ ਉਸ ਸ਼ਖਸ ਨੂੰ ਜਿਹੜਾ ਆਪਣੇ ਤੌਰ ਤੇ ਆਪਣੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੈਗਾ, ਚਾਹੇ ਉਹ ਕਮੇਟੀਆਂ ਹੈਗੀਆਂ ਨੇ, ਪੋਲੀਟੀਕਲ ਪਾਰਟੀਆਂ ਹੈਗੀਆਂ ਨੇ। ਹਰ ਇੱਕ ਇਨਸਾਨ ਨੂੰ ਚੁਣ ਕੇ ਲਿਆਂਦਾ ਗਿਆ, ਉਸਦਾ ਆਪਣੇ ਦੇ ਵਿੱਚ ਹੀ ਇੱਕ ਕੱਦ ਹੈ ਆਪਣੀ ਪਾਰਟੀ ਦੇ ਵਿੱਚ ਜਾਂ ਆਪਣੀ ਕਮੇਟੀ ਦੇ ਵਿੱਚ। ਲੇਕਿਨ ਇੱਕ ਨੂੰ ਤਾਂ ਸੋਚਣਾ ਪਏਗਾ ਕਿ ਆਪਾਂ ਇਕੱਠੇ ਕਿਸ ਤਰ੍ਹਾਂ ਹੋਈਏ, ਕਿਉਂਕਿ ਕਹਿੰਦੇ ਨਾ ਕਿ ਮੌਕਾ ਮਿਲ ਜਾਂਦਾ ਐਡਮਿਨਿਸਟ੍ਰੇਸ਼ਨ ਨੂੰ ਵੀ ਜਦੋਂ ਟੇਬਲ ਦੇ ਉੱਤੇ 10 ਤੋਂ 20 ਮੈਮੋਰੈਂਡਮ ਪਏ ਹੁੰਦੇ ਨੇ। ਆਪਾਂ ਡਿਮਾਂਡ ਮੰਨਣੀ ਕਿਹਦੀ ਹੈ? ਬਹੁਤ ਆਸਾਨ ਹੋ ਜਾਂਦਾ ਉਹਨਾਂ ਦੇ ਲਈ। ਜਦੋਂ ਟੇਬਲ ਦੇ ਉੱਤੇ ਇੱਕ ਕਾਪੀ ਹੋਰ ਇੱਕ ਮੈਮੋਰੈਂਡਮ ਪਿਆ ਹੋਏਗਾ ਨਾ ਕਿ ਇਹ ਸਾਡੀਆਂ ਡਿਮਾਂਡਸ ਹੈਗੀਆਂ ਨੇ ਤੇ ਇਹ ਪੂਰੀਆਂ ਹੋਣੀਆਂ ਤੇ ਉਸ ਦਿਨ ਸਾਡੀ ਆਵਾਮ ਦੀ ਗੱਲ ਜਿਹੜੀ ਸੁਣੀ ਜਾਣੀ ਹੈ। ਇੱਥੇ ਤੱਕ ਹੀ ਨਾ ਸੀਮਤ ਰਹੀ ਹੈ ਕਿ ਆਪਾਂ ਕਿਸੇ ਕੋਲੋਂ ਕੁਝ ਮੰਗਣਾ ਹੈ। ਦੇਖਿਆ ਨਾ ਪਿੱਛੇ ਰਿਜ਼ਲਟਸ ਆਏ KS ਤੇ UPSC ਦੇ ਰਿਜ਼ਲਟ ਨਿਕਲੇ, ਨੀਟ ਦੇ ਰਿਜ਼ਲਟ ਨਿਕਲੇ। ਘਾਟ ਨਹੀਂ ਹੈ ਸੰਗਤ ਦੀ, ਕਾਫੀ ਅੱਛਾ ਨੰਬਰ ਸਾਡੇ ਸਿੱਖ ਰਿਪਰੈਜ਼ੈਂਟੇਟਿਵਸ ਦਾ ਵੀ ਹੈਗਾ। ਤਾਂ ਮੈਨੂੰ ਲੱਗਦਾ ਇਸ ਦੇ ਉੱਤੇ ਡਿਸਕਸ਼ਨ ਕਰਨ ਦੀ ਬੇਹੱਦ ਲੋੜ ਹੈ ਔਰ ਇਹ ਓਪਨ ਪਲੇਟਫਾਰਮ ਹੈ ਹੋਂਦ ਚੈਨਲ ਦਾ। ਸਵਾਗਤ ਕਰਦੇ ਹਾਂ ਤੁਹਾਡੇ ਕਮੈਂਟਾਂ ਦੇ ਰਾਹੀਂ ਔਰ ਸ਼ੇਅਰ ਦੇ ਰਾਹੀਂ। ਜਰੂਰ ਆਪਣੇ ਸੁਝਾਅ ਇਸ ਗੱਲਬਾਤ ਦੇ ਉੱਤੇ ਰੱਖਿਓ, ਕਿਉਂਕਿ ਮੈਨੂੰ ਉਮੀਦ ਰਹੇਗੀ ਔਰ ਮੈਨੂੰ ਉਡੀਕ ਰਹੇਗੀ ਤੁਹਾਡੇ ਸਾਰੇ ਸਵਾਲਾਂ ਦੀ। ਕੋਸ਼ਿਸ਼ ਕਰਾਂਗਾ ਕਿ ਇਸ ਦੇ ਉੱਤੇ ਵੀ ਗੱਲ ਕਰ ਸਕਾਂ ਇੱਕ ਰਿਪਰੈਜ਼ੈਂਟੇਟਿਵ ਸਿੱਖ ਹੋਣ ਦੇ ਨਾਤੇ, ਇੱਕ ਰਿਪਰੈਜ਼ੈਂਟੇਟਿਵ ਸਿੱਖ ਚੈਨਲ ਹੋਣ ਦੇ ਨਾਤੇ ਜੰਮੂ ਕਸ਼ਮੀਰ ਦਾ। ਉਮੀਦ ਰੱਖਦਾ ਕਿ ਤੁਸੀਂ ਆਪਣੇ ਸਵਾਲ ਜਰੂਰ ਭੇਜੋਗੇ ਔਰ ਤੁਸੀਂ ਕੀ ਸੋਚਦੇ ਹੋ ਇਸ ਮੁੱਦੇ ਦੇ ਉੱਤੇ, ਕਿਉਂਕਿ ਇਹ ਬਹੁਤ ਅਰਸਾ ਹੋ ਗਿਆ ਔਰ ਮੈਨੂੰ ਲੱਗਦਾ ਇਹਦੇ ਤੇ ਡਿਸਕਸ਼ਨ ਤਾਂ ਹੋਣੀ ਚਾਹੀਦੀ ਹੈ। ਹੁਣ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਨਹੀਂ ਤਾਂ ਆਪਾਂ ਤੇ ਭੁਗਤ ਰਹੇ ਆ, ਸਾਡੀ ਆਉਣ ਵਾਲੀ ਪੀੜ੍ਹੀਆਂ ਵੀ ਭੁਗਤ ਕੇ ਜਾਣਗੀਆਂ ਕਿ ਆਪਾਂ ਮੰਗਤੇ ਹੀ ਰਹਿ ਗਏ ਆ। ਉਮੀਦ ਕਰਦਾ ਤੁਹਾਡੇ ਸਵਾਲ ਸਾਡੇ ਤੱਕ ਪੁੱਜਣਗੇ। ਕਮੈਂਟ ਦੇ ਰਾਹੀਂ ਜਰੂਰ ਦੱਸਣਾ। ਕੁਝ ਸਾਡੇ ਕੋਲ ਸਵਾਲ ਆਏ ਵੀ ਨੇ ਤੇ ਮੈਂ ਚਾਹਾਂਗਾ ਕਿ ਉਹਨਾਂ ਉੱਤੇ ਵੀ ਡਿਸਕਸ਼ਨ ਕਰ ਸਕਾਂ। ਕੋਈ ਵੀ ਇੱਛੁਕ ਜਿਹੜੇ ਚਾਹਵਾਨ ਹੈਗੇ ਨੇ, ਮੈਨੂੰ ਲੱਗਦਾ ਹੈ ਇਸ ਟਾਈਮ ਅਗਰ ਲਾਈਵ ਵੀ ਦੇਖ ਰਹੇ ਹੋਣ ਆਪਣੇ ਸਵਾਲ ਸਾਡੇ ਤੱਕ ਪਹੁੰਚਾ ਸਕਦੇ ਹਨ, ਕਿਉਂਕਿ ਮੈਂ ਚਾਹਾਂਗਾ ਕਿ ਇਹਦੇ ਉੱਪਰ ਜਵਾਬ ਦੇਵਾਂ। ਕਿਉਂਕਿ ਆਪਾਂ ਸੋਚਦੇ ਆ ਨਾ ਕਿ ਇਨ ਚੀਜ਼ ਦੇ ਉੱਤੇ ਡਿਸਕਸ਼ਨ ਓਪਨਲੀ ਹੋਣੀ ਚਾਹੀਦੀ ਹੈ। ਜੇਕਰ ਘਾਟ ਰਹਿ ਗਈ ਹੈ ਤੇ ਹਜੇ ਵੀ ਕੁਝ ਨਹੀਂ ਵਿਗੜਿਆ। ਅਗਰ ਆਪਾਂ ਅੱਜ ਵੀ ਇਕੱਠੇ ਹੋ ਜਾਈਏ ਤੇ ਮੈਨੂੰ ਲੱਗਦਾ ਹੈ ਜਿੰਨੀ ਵੀ ਲੌਂਗ ਪੈਂਡਿੰਗ ਡਿਮਾਂਡਸ ਹੈਗੀਆਂ ਨੇ ਉਹ ਵੱਧ ਤੋਂ ਵੱਧ ਆ ਸਕਣ। ਜਿਸ ਤਰ੍ਹਾਂ ਮੈਂ ਕਿਹਾ ਕੰਜਵਾਣੀ ਚੌਕ ਦਾ ਅਗਰ ਬੁੱਤ ਨਹੀਂ ਸੀ ਲੱਗ ਸਕਦਾ ਤੇ ਕਿਆ ਉਸ ਚੌਕ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਤੋਂ ਨਹੀਂ ਰੱਖਿਆ ਜਾ ਸਕਦਾ ਸੀ? ਕਿਆ ਉੱਥੇ ਪਲੇਟ ਨਹੀਂ ਸੀ ਲੱਗ ਸਕਦੀ ਕਿ ਚੱਲ ਰਾਹ ਤੋਂ ਗੁਜ਼ਰਦਾ ਬੰਦਾ ਜਦੋਂ ਉਸ ਚੌਕ ਨੂੰ ਕ੍ਰਾਸ ਕਰੇ ਤੇ ਉਹ ਮਾਣ ਨਾਲ ਉਸ ਪਲੇਟ ਦੇ ਉੱਤੇ ਪੜ੍ਹ ਕੇ ਵੇਖੇ ਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਚੌਕ ਹੈ? ਇਹ ਤਾਂ ਮੈਨੂੰ ਲੱਗਦਾ ਹੈ ਕਿ ਕਨਫਲਿਕਟ ਪੈਦਾ ਕੀਤਾ ਗਿਆ, ਕਨਫਲਿਕਟ ਨਹੀਂ ਸੀ ਗਏ। ਅਗਰ ਇਸ ਚੀਜ਼ ਦੇ ਉੱਤੇ ਡਿਸਕਸ਼ਨ ਕੀਤੀ ਗਈ ਹੁੰਦੀ, ਵਿਚਾਰ ਕੀਤੇ ਗਏ ਹੁੰਦੇ ਤਾਂ ਮੈਨੂੰ ਲੱਗਦਾ ਕਿ ਆਪਣੇ ਆਪ ਹੀ ਸੁਲਝ ਜਾਣਾ ਸੀ, ਕੁਝ ਗੱਲਬਾਤ ਤੇ ਰਹਿਣੀ ਨਹੀਂ ਸੀ। ਗੱਲ ਕਰਦੇ ਹਾਂ ਦੂਸਰੀ ਪੰਜਾਬੀ ਭਾਸ਼ਾ ਦੀ, ਪੜ੍ਹਦੇ ਹਾਂ, ਸੁਣਦੇ ਹਾਂ। ਜ਼ਿਆਦਾਤਰ ਜਿਹੜੀ ਇੱਥੇ ਦੀ ਆਵਾਮ ਆ ਪੰਜਾਬੀ ਭਾਸ਼ਾ ਸਮਝਦੀ ਹੈ ਤੇ ਕਿਆ ਇਹਦੇ ਉੱਪਰ ਡਿਸਕਸ਼ਨ ਨਹੀਂ ਸੀ ਹੋ ਸਕਦੀ? ਵੱਖੋ ਵੱਖਰੀ ਤਰੀਕੇ ਨਾਲ ਆਪਾਂ ਮੈਮੋਰੈਂਡਮ ਲੈ ਕੇ ਜਾ ਰਹੇ ਹਾਂ ਔਰ ਕਿਹਦੇ ਪਿੱਛੇ ਲੈ ਕੇ ਜਾ ਰਹੇ ਹਾਂ? ਆਪਣੀ ਪੰਜਾਬੀ ਭਾਸ਼ਾ ਪਿੱਛੇ। ਔਰ ਐਸੇ ਤਰਕ ਦਿੱਤੇ ਜਾਂਦੇ ਨੇ ਕਿ ਮੈਨੂੰ ਲੱਗਦਾ ਹੈ ਉਹ ਅਗਲੇ ਵੀ ਹੱਸਦੇ ਹੋਣਗੇ ਐਡਮਿਨਿਸਟ੍ਰੇਸ਼ਨ ਵਾਲੇ, ਬਈ ਇਹਨਾਂ ਦੀ ਕੀ ਡਿਮਾਂਡ ਸੁਣਨੀ ਹੈ? ਇਹ ਤਾਂ ਹਰ ਕੋਈ ਆ ਕੇ ਮੈਮੋਰੈਂਡਮ ਲੈ ਕੇ ਆ ਰਿਹਾ ਤੇ ਅਵਲ ਸਿੱਖਾਂ ਦੀ ਆਵਾਜ਼ ਚੱਕ ਘੁੰਡ ਰਿਹਾ ਹੈ। ਇਸੇ ਸਰਦਾਰਾਂ ਦੇ ਨਹੀਂ, ਮੈਨੂੰ ਲੱਗਦਾ ਸਾਰਿਆਂ ਦੇ ਨਾਂ ਤੇ ਹੁੰਦਾ ਹੈ। ਕਾਫੀ ਵੀਰ ਜਿਹੜੇ ਨੇ ਹਮੇਸ਼ਾ ਆਪਣੇ ਵਿਚਾਰ ਕਮੈਂਟਾਂ ਰਾਹੀਂ ਭੇਜਦੇ ਰਹਿੰਦੇ ਨੇ। ਮੈਂ ਇਸੇ ਲਈ ਅੱਜ ਤੁਹਾਡੇ ਸਾਹਮਣੇ ਲੈ ਕੇ ਆਇਆ ਇਸ ਚੀਜ਼ ਨੂੰ ਕਿ ਮੈਂ ਓਪਨਲੀ ਸਾਰਿਆਂ ਨਾਲ ਗੱਲਬਾਤ ਕਰ ਸਕਾਂ, ਤੁਹਾਡੀ ਆਵਾਜ਼ ਨੂੰ ਜਿਹੜੀ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਾ ਸਕਾਂ, ਆਪਣੇ ਆਗੂਆਂ ਤੱਕ ਪਹੁੰਚਾ ਸਕਿਆ ਕਿ ਸਿੱਖ ਸੰਗਤ ਕੀ ਸੋਚਦੀ ਹੈ। ਵੀਰ ਕਾਫੀ ਸਾਡੇ ਨਾਲ ਜੁੜੇ ਵੀ ਹੋਏ ਨੇ, ਤੁਸੀਂ ਜਰੂਰ ਸੁਝਾਅ ਭੇਜੋ ਔਰ ਕੁਐਸਚਨ ਜਿਹੜੇ ਕਮੈਂਟਾਂ ਦੇ ਰਾਹੀਂ ਭੇਜੋ। ਵੀਰ ਨੇ ਜਿਹੜਾ ਕਮੈਂਟ ਲਿਖਿਆ ਹੈ, ਚੰਦਨ ਨਾਗਰਾ ਜੀ ਨੇ ਲਿਖਿਆ ਕਿ ਵੀਰ ਜੀ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ, ਬਟ ਅਸੀਂ ਕਿੱਥੇ ਖੜੇ ਨਹੀਂ ਹੋਏ, ਸਾਰੇ ਆਪਣੀ ਆਪਣੀ ਪਾਰਟੀ ਦੇ ਨਾਲ ਹੈਗੇ ਨੇ। ਵੀਰ ਜੀ ਕੁਐਸਚਨ ਹੀ ਤਾਂ ਆਪਾਂ ਇਹੀ ਚੁੱਕ ਰਹੇ ਹਾਂ ਕਿ ਉਸ ਅਕਾਲ ਪੁਰਖ ਨੇ ਤੇ ਸਾਨੂੰ ਜੋ ਸਿਰਜਿਆ ਸਿੱਖ ਕੌਮ ਨੂੰ, ਆਪਾਂ ਤਾਂ ਇਸ ਪੂਰੇ ਸਮਾਜ ਨੂੰ ਹੀ ਇੱਕ ਦੀ ਨਜ਼ਰ ਨਾਲ ਵੇਖਦੇ ਹਾਂ
ਤੇ ਫਿਰ ਆਪਣੀ ਹੀ ਕੌਮ ਨੂੰ ਹੀ ਜਦੋਂ ਰਿਪਰੈਜ਼ੈਂਟ ਕਰਨ ਦੀ ਗੱਲ ਆਉਂਦੀ ਹੈ ਤੇ ਵੱਖਰੇ ਵੱਖਰੇ ਤੇ ਧੇਵੇਂ ਖੜੇ ਕਰਤੇ ਹਨ, ਵੱਖਰੀ ਵੱਖਰੀ ਪਾਰਟੀਆਂ ਖੜੀ ਕਰਤੀ ਹਨ। ਹਰ ਕੋਈ ਜਿਹੜਾ ਆਪਣੇ ਨੂੰ ਹੀ ਕਹਿੰਦਾ ਕਿ ਮੈਂ ਹੀ ਮੈਮੋਰੈਂਡਮ ਭੇਜਾਂ। ਉਹ ਕੋਈ ਸਿੱਖ ਦੀ ਗੱਲ ਤਾਂ ਕਰੇ, ਗੁਰਪਿਤਾ ਦੀ ਗੱਲ ਤਾਂ ਕਰੇ। ਤਾਂ ਮੈਨੂੰ ਲੱਗਦਾ ਉਹਦੇ ਉੱਤੇ ਤੇ ਗੱਲ ਹੁਣ ਆਪਣੀ ਆਉਂਦੀ ਹੈ ਤੇ ਉਸਦੇ ਉੱਤੇ ਤੇ ਗੱਲ ਹੋਣੀ ਚਾਹੀਦੀ ਹੈ। ਤਜਿੰਦਰ ਸਿੰਘ ਜੀ ਲਿਖ ਰਹੇ ਨੇ, ਬਿਲਕੁਲ ਵੀਰ ਜੀ, ਮੈਂ ਸਮਝਦਾ ਕਿ ਐਸੀ ਸ਼ਖਸ, ਐਸੀ ਕਾਬਲੀਅਤ ਜਦੋਂ ਦਿਲ ਦੀ ਗੱਲਾਂ ਕਰਦੀਆਂ ਨਾ ਸਟੇਜ ਦੇ ਉੱਤੇ ਚੜ੍ਹ ਕੇ, ਸਾਡਾ ਵੀ ਫਰਜ਼ ਬਣਦਾ ਐਸੀ ਗੱਲਾਂ ਦੇ ਉੱਤੇ ਵਿਚਾਰ ਕਰਨ ਦਾ। ਤੇ ਮੈਨੂੰ ਇਹ ਲੱਗਦਾ ਸੀ ਕਿ ਜਦੋਂ ਮੈਂ ਸੁਣਿਆ ਨਾ, ਮੇਰੇ ਦਿਲ ਨੂੰ ਵੀ ਇਹ ਮਹਿਸੂਸ ਹੋਇਆ ਕਿ ਗੱਲ ਕਰਨੀ ਜ਼ਰੂਰੀ ਹੈ ਇਸ ਮੁੱਦੇ ਦੇ ਉੱਤੇ। ਅਗਰ ਕੋਈ ਕਰ ਰਿਹਾ ਉਹਨੂੰ ਵਿਜ਼ੂਅਲਾਈਜ਼ ਕਰਨਾ ਜ਼ਰੂਰੀ ਹੈ, ਸਵਾਲ ਪੁੱਛਣੇ ਜ਼ਰੂਰੀ ਨੇ ਸਾਡੇ ਪੂਰੀ ਸੰਗਤ ਕੋਲੋਂ। ਕਿਆ ਆਪਾਂ ਜਿੱਥੇ ਖੜੇ ਆ ਉਹ ਸਹੀ ਖੜੇ ਆ? ਜਿਸ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਆ, ਜਿਸ ਕਮੇਟੀ ਨੂੰ ਰਿਪਰੈਜ਼ੈਂਟ ਕਰ ਰਹੇ ਆ, ਜਿਸ ਗੁਰਦੁਆਰੇ ਦੀ ਕਮੇਟੀ ਨੂੰ ਰਿਪਰੈਜ਼ੈਂਟ ਕਰ ਰਹੇ ਆ ਜਾਂ ਕਿਸੇ ਪੋਲੀਟੀਕਲ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਆ, ਕਿਆ ਜੋ ਅਸੀਂ ਰਿਪਰੈਜ਼ੈਂਟ ਕਰ ਰਹੇ ਆ ਉਹ ਸੁਚੇਚੇ ਢੰਗ ਨਾਲ ਕਰ ਰਹੇ ਆ? ਗੱਲ ਕਿਹਦੀ ਕਰ ਰਹੇ ਆ? ਸਿੱਖ ਕੌਮ ਦੀ। ਜੇ ਸਿੱਖ ਕੌਮ ਦੀ ਹੀ ਗੱਲਬਾਤ ਨਹੀਂ ਰੱਖੀ ਤੇ ਫਿਰ ਕਿਸ ਦੀ ਗੱਲਬਾਤ ਰੱਖਾਂਗੇ ਆਪਾਂ? ਔਰ ਇਹ ਉਹ ਮੁੱਦੇ ਨੇ ਜਿਹੜੇ ਮੈਨੂੰ ਲੱਗਦਾ ਕਿ ਵਿਜ਼ੂਅਲਾਈਜ਼ ਕਰਨੇ ਚਾਹੀਦੇ ਸੰਗਤਾਂ ਦੇ ਸਾਹਮਣੇ। ਆਪਾਂ ਆਪਣੀ ਡਿਊਟੀ ਸਮਝਦੇ ਹੋਏ ਸਾਰੀ ਸੰਗਤ ਤੱਕ ਪਹੁੰਚਾ ਰਿਹਾ, ਔਰ ਇਹ ਸੰਗਤ ਤੈਅ ਕਰੇ ਕਿ ਕਦ ਤੱਕ ਸਾਡੇ ਹੱਕ ਜਿਹੜੇ ਉਹ ਰੁਲਦੇ ਰਹਿਣਗੇ ਇੱਕ ਮੈਮੋਰੈਂਡਮ ਦੇ ਵਿੱਚ ਹੀ। ਕਦ ਤੱਕ ਇੱਕ ਜਿਹੜੇ ਹੱਕ ਨੇ ਉਹ ਵੱਖੋ ਵੱਖਰੀ ਪਾਰਟੀਆਂ ਦੇ ਤੌਰ ਤੇ ਜਾਂਦੇ ਰਹਿਣਗੇ ਐਡਮਿਨਿਸਟ੍ਰੇਸ਼ਨ ਦੇ ਕੋਲ? ਕਦ ਤੱਕ ਆਪਾਂ ਵੱਖਰੇ ਵੱਖਰੇ ਹੋ ਕੇ ਅਲੱਗ-ਅਲੱਗ ਡਿਵੀਜ਼ਨ ਦੇ ਵਿੱਚ ਆ ਕੇ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਆ ਕੇ ਮੈਮੋਰੈਂਡਮ ਭੇਜਦੇ ਰਹਾਂਗੇ? ਔਰ ਕਦ ਤੱਕ ਅਸੀਂ ਸੰਗਤ ਨੂੰ ਆਪਣੇ ਆਪ ਨੂੰ ਇੱਕ ਸਹੀ ਪ੍ਰੂਫ ਕਰਾਉਣ ਦੇ ਵਿੱਚ ਲੱਗੇ ਰਵਾਂਗੇ? ਕਿਉਂਕਿ ਜਦ ਅੱਛਾ ਕੰਮ ਕਰਕੇ ਤੁਸੀਂ ਆਪਣੇ ਆਪ ਨੂੰ ਵਿਜ਼ੂਅਲਾਈਜ਼ ਕਰੋਗੇ, ਸੰਗਤ ਦੇ ਸਾਹਮਣੇ ਆਉਣ ਦੀ ਜ਼ਰੂਰਤ ਹੀ ਨਹੀਂ ਪੈਣੀ। ਤੁਸੀਂ ਆਪਣੇ ਆਪ ਹੀ ਇੱਕ ਵਧੀਆ ਤਰੀਕੇ ਨਾਲ ਸੁਚੇਚੇ ਢੰਗ ਦੇ ਨਾਲ ਸੰਗਤ ਦੇ ਸਾਹਮਣੇ ਆ ਜਾਓਗੇ, ਗੁਰਪਿਤਾ ਦੇ ਨਜ਼ਰ ਦੇ ਵਿੱਚ ਆ ਜਾਓ, ਗੁਰੂ ਸਾਹਿਬ ਦੀ ਨਜ਼ਰਾਂ ਦੇ ਵਿੱਚ ਆ ਜਾਓਗੇ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਸਿਖਾਇਆ ਉਸ ਦੇ ਉੱਤੇ ਆ ਜਾਓਗੇ, ਔਰ ਤੁਹਾਡੀ ਸਾਰੀ ਹੀ ਗੱਲ ਜਿਹੜੀ ਸੰਗਤਾਂ ਸਾਹਮਣੇ ਆ ਜਾਏਗੀ। ਖੁਦ ਬ ਖੁਦ ਅਕਾਲ ਪੁਰਖ ਤੁਹਾਨੂੰ ਵਿਜ਼ੂਅਲਾਈਜ਼ ਕਰ ਦੇਗਾ। ਕਿਆ ਜ਼ਰੂਰਤ ਨਹੀਂ ਹੈ ਸਾਨੂੰ ਇਨ ਗੱਲਾਂ ਦੇ ਉੱਤੇ ਰੱਖਣ ਦੀ? ਤਾਂ ਮੈਨੂੰ ਲੱਗਦਾ ਕਿ ਬਹੁਤ ਘੱਟ ਹੈ, ਬਹੁਤ ਘੱਟ ਹੈ ਸਾਡੀ ਇਸ ਦੇ ਉੱਪਰ ਗੱਲਬਾਤ ਕਰਨ ਦਾ। ਕੋਈ ਆਇਆ ਹੀ ਨਹੀਂ ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ। ਬਹੁਤ ਘੱਟ ਆ ਸਾਡੀ ਜਿੰਨੇ ਆਗੂ ਹੈਗੇ ਨੇ। 97 ਤੋਂ 98% ਫੀਸ ਜਿਹੜੀ ਸੰਗਤ ਸਾਡੀ ਹੈ ਅੱਜ ਵੀ ਇਕੱਠੀ, ਅੱਜ ਵੀ ਇਕੱਤਰ ਹੈ, ਚਾਹੇ ਉਹ ਕਿਸੇ ਵੀ ਚੀਜ਼ ਨਾਲ, ਕਿਸੇ ਵੀ ਤਾਲੁਕ ਰੱਖਦੇ ਹੋਣ, ਕਿਸੇ ਵੀ ਪਿੰਡ ਨਾਲ ਤਾਲੁਕ ਰੱਖਦੇ ਹੋਣ। ਮੈਨੂੰ ਲੱਗਦਾ ਕਿ ਬਹੁਤ ਘੱਟ ਆ ਸਾਡੀ ਸੰਗਤ ਦੇ ਵਿੱਚ। ਬਹੁਤ ਵੀਰਾਂ ਨੇ ਅੱਗੇ ਵੀ ਸਾਥ ਦਿੱਤਾ ਹੈ, ਕੁਐਸਚਨਸ ਜਿਹੜੇ ਨੇ ਸਾਡੇ ਤੱਕ ਪਹੁੰਚਾਏ ਨੇ। ਤੁਸੀਂ ਜਰੂਰ ਸਾਡੇ ਤੱਕ ਉਹ ਕੁਐਸਚਨਸ ਜਿਹੜੇ ਪਹੁੰਚਾਣੇ ਨੇ ਤਾਂ ਕਿ ਆਪਾਂ ਉਹੀ ਕੁਐਸਚਨ ਕੱਲ ਨੂੰ ਜਦ ਕੋਈ ਸਟੇਜ ਤੇ ਬੋਲਦਾ ਹੋਏ ਨਾ, ਇਸ ਚੀਜ਼ ਨੂੰ ਬੋਲਣ ਦੇ ਲਈ ਆਪਾਂ ਉਹਦੇ ਤੱਕ ਰੱਖ ਸਕੀਏ ਕਿ ਸਿੱਖ ਆਵਾਮ, ਸਿੱਖ ਜਨਤਾ ਜਿਹੜੀ ਹੈ ਇਹ ਕੁਐਸਚਨ ਚਾਹੁੰਦੀ ਹੈ, ਇਹ ਚੀਜ਼ਾਂ ਚਾਹੁੰਦੀ ਹੈ, ਇਸ ਚੀਜ਼ ਦੇ ਉੱਤੇ ਗੱਲਬਾਤ ਕਰਨੀ ਹੈ, ਤੁਸੀਂ ਇਕੱਠੇ ਕਿਸ ਤਰ੍ਹਾਂ ਹੋਣਾ ਹੈ। ਕਮੈਂਟ ਤੇ ਰਾਈ ਵੀ ਬਿਲਕੁਲ ਤੁਸੀਂ ਮੈਂ ਪੜ੍ਹ ਰਿਹਾ ਸੀ, ਜਿਹੜੇ ਵੀ ਵੀਰ ਹੋਣ ਪਰ ਲਿਖਣਗੇ ਉਹ ਵੀ ਮੈਂ ਤੁਹਾਡੇ ਸਾਹਮਣੇ ਡਿਸਕਸ਼ਨ ਕਰ ਦੇਵਾਂਗਾ, ਤੇ ਜਿਹੜੇ ਹੋਰ ਬਾਅਦ ਦੇ ਵਿੱਚ ਵੀ ਲਿਖਣਗੇ, ਹੱਥ ਜੋੜ ਕੇ ਅਪੀਲ ਹੈ। ਤੇ ਮੈਂ ਜਿਨ੍ਹਾਂ ਦੇ ਕਰਕੇ ਅੱਜ ਲਾਈਵ ਹੋਇਆ ਤੇ ਮੈਨੂੰ ਲੱਗਦਾ ਹੈ ਕਿ ਜ਼ਰੂਰੀ ਸੀ ਇਸ ਮੁੱਦੇ ਦੇ ਉੱਤੇ ਗੱਲ ਕਰਨ ਦੀ, ਕਿਉਂਕਿ ਐਸੀ ਗੱਲਾਂ ਕਰਨ ਵਾਲੇ ਮੈਨੂੰ ਲੱਗਦਾ ਕਿ ਬਹੁਤ ਸਟੇਜ ਤੇ ਘੱਟ ਹਨ। ਇਸ ਵੇਲੇ ਮੇਰੇ ਨਾਲ ਲਾਈਨ ਤੇ ਵੀ ਹੈਗੇ ਨੇ ਕਿ ਉਹ ਗੱਲਬਾਤ ਕਰ ਰਹੇ ਆ। ਸਭ ਤੋਂ ਪਹਿਲੇ ਮੈਂ ਆਪ ਜੀ ਨੂੰ ਹੋਂ ਚੈਨਲ ਦੇ ਉੱਤੇ ਜੀ ਆਇਆਂ ਨੂੰ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ। ਸਾਨੂੰ ਵੀ ਇੱਕ ਉਡੀਕ ਰਹਿੰਦੀ ਹੈ ਕਿ ਸਿੱਖ ਸੰਗਤ ਦੀ ਆਵਾਜ਼ ਚੱਕਣ ਵਾਲਾ ਔਰ ਕੌਮ ਨੂੰ ਇਕੱਠੇ ਕਰਨ ਵਾਲਾ ਕਿਹੜਾ ਇੱਕ ਐਸਾ ਆਗੂ ਹੈ ਜਿਹਨੂੰ ਅਸੀਂ ਵਿਜ਼ੂਅਲਾਈਜ਼ ਕਰ ਸਕੀਏ ਸਾਰੀ ਸੰਗਤ ਦੇ ਸਾਹਮਣੇ। ਔਰ ਜਿੱਦਾਂ ਮੈਂ ਕੱਲ ਸੁਣ ਰਿਹਾ ਸੀ ਤੁਹਾਡੇ ਸਾਰੇ ਬੋਲ ਹੋਂਦ ਚੈਨਲ ਦੇ ਉੱਤੇ, ਤਾਂ ਮੈਨੂੰ ਤੇ ਬੇहद ਮਾਣ ਮਹਿਸੂਸ ਹੋਇਆ ਕਿ ਜਿਹਦੇ ਤੇ ਗੱਲਾਂ ਹੀ ਨਹੀਂ ਕੀਤੀ ਗਈਆਂ ਕਦੇ ਸਟੇਜ ਦੇ ਉੱਤੇ ਚੜ੍ਹ ਕੇ। ਇਹੋ ਜਿਹੇ ਸੁਨੇਹੇ ਤਾਂ ਦਿੱਤੇ ਹੀ ਨਹੀਂ ਗਏ ਜਦ ਕਿਹਾ ਗਿਆ ਹੋਏ ਕਿ ਜਿਹੜੀ ਸੰਗਤ ਉਹ ਅੱਜ ਵੀ ਇਕੱਠੀ ਹੈਗੀ ਹੈ। ਇਕੱਠੇ ਹੋਣ ਦੀ ਤਾਂ ਜ਼ਰੂਰਤ ਆਗੂਆਂ ਨਹੀਂ ਸੀ, ਆਪਾਂ ਤਾਂ ਵੱਖੇਵੇਂ ਖੜੇ ਕਰਤੇ ਸੀ ਸੰਗਤ ਦੇ ਲਈ, ਆਪਾਂ ਤੇ ਗੱਲ ਹੀ ਨਹੀਂ ਕੀਤੀ ਉਹਦੇ ਉੱਤੇ। ਕੀ ਵਿਚਾਰ ਰੱਖਦੇ ਹੋ ਵੀਰ ਜੀ? सर ये शायद मैं ते इतनी समझ नहीं रखता, लेकिन पिछले 1 साल तो जो ਅਸੀਂ महसूस ਕੀਤਾ ਤੇ ਲੱਗਦਾ ਇਹ ਸੀ ਕਿ ਜ਼ਰੂਰ ਕਿਤੇ ਨਾ ਕਿਤੇ ਘਾਟ ਹੈ ਜਿਹੜੀ ਉਹ ਜਿਹੜੇ ਲੋਕ ਲੀਡ ਕਰਨ ਵਾਲੇ ਨੇ ਜਾਂ ਜਿਹੜੇ ਰਹਿਬਰ ਲੋਕ ਨੇ ਉਹਨਾਂ ਦੇ ਵਿੱਚ ਕਿਤੇ ਕਮੀ ਹੋ ਸਕਦੀ ਹੈ। ਸੰਗਤ ਦਾ ਗੁਰੂ ਘਰਾਂ ਦੇ ਨਾਲ, ਸੰਗਤ ਦਾ ਆਗੂਆਂ ਦੇ ਨਾਲ ਬਹੁਤ ਵੱਡਾ ਪ੍ਰੇਮ ਹੈ। ਔਰ ਇਹ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਅੱਜ ਤੱਕ ਅਸੀਂ ਜੋ ਵੀ ਕਰ ਰਹੇ ਹਾਂ ਸੰਗਤ ਸਾਨੂੰ ਹਰ ਤਰੀਕੇ ਨਾਲ ਪਿਆਰ ਬਖਸ਼ਦੀ ਹੈ, ਲੇਕਿਨ ਉਸ ਦੇ ਬਾਵਜੂਦ ਵੀ ਜਿਹੜੀ ਸੰਗਤ ਦੀ ਐਕਸਪੈਕਟੇਸ਼ਨਾਂ ਉਸ ਤੇ ਅਸੀਂ ਕਦੇ ਖਰਾ ਨਹੀਂ ਉਤਰਦੇ, ਪੂਰਾ ਨਹੀਂ ਉਤਰਦੇ ਹਾਂ। ਉਸ ਦੇ ਵਿੱਚ ਬਹੁਤ ਸਾਰੀਆਂ ਘਾਟਾਂ ਰਹਿ ਜਾਂਦੀਆਂ ਨੇ ਤੇ ਇਸ ਕਰਕੇ ਜੋ ਦਾਸ ਨੇ ਮਹਿਸੂਸ ਕੀਤਾ 1 ਸਾਲ ਦੀ ਸੇਵਾ ਦੇ ਵਿੱਚ, ਤੇ ਉਹ ਮੈਂ ਕੱਲ ਬਾਬਾ ਬੰਦਾ ਸਿੰਘ ਬਹਾਦਰ ਜੀ ਜੋ ਸਾਡੇ ਸਮਾਨ ਜਰਨੈਲ ਹੋਏ ਉਹਨਾਂ ਦੀ ਕੱਲ ਜਿਹੜੀ ਅਸੀਂ ਸ਼ਹੀਦੀ ਪੁਰਬ ਮਨਾ ਰਹੇ ਸੀ ਤੇ ਦਿਲ ਦੇ ਵਿੱਚ ਜੋ ਗੱਲਾਂ ਸੀ ਉਹ ਜ਼ਰੂਰ ਮੈਂ ਸਟੇਜ ਦੇ ਰਾਹੀਂ ਆਪਣੀ ਸ਼ਬਦਾਂ ਦੇ ਰਾਹੀਂ ਸੰਗਤ ਦੇ ਵਿੱਚ ਰੱਖੀਆਂ। ਤੇ ਇਹ ਆਪ ਜੀ ਦਾ ਪਿਆਰ ਹੈ, ਸੰਗਤ ਦਾ ਪਿਆਰ ਹੈ ਕਿ ਜੋ ਆਪ ਜੀ ਨੇ ਇਹਨਾਂ ਲਫ਼ਜ਼ਾਂ ਨੂੰ ਜਾਂ ਇਹ ਜਿਹੜੇ ਮੇਰੇ ਆਪਣੇ ਜਿਹੜੇ ਵਿਚਾਰ ਸੀ
ਜਿਨ੍ਹਾਂ ਨੂੰ ਤੁਸੀਂ ਅੱਛਾ ਮਹਿਸੂਸ ਕੀਤਾ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸੰਗਤ ਦੀ ਸੇਵਾ ਦੇ ਵਿੱਚ ਜਾਂ ਪੰਥ ਦੀ ਸੇਵਾ ਦੇ ਵਿੱਚ ਜੋ ਕਿਸੇ ਕਿਸਮ ਦੀ ਵੀ ਸਾਡੀ ਸ਼ਮੂਲੀਅਤ ਹੋਏਗੀ ਉਸ ਨੂੰ ਅਸੀਂ ਵੱਧ ਕੇ ਕਰਨ ਦਾ ਯਤਨ ਕਰਾਂਗੇ। ਬਿਲਕੁਲ ਵੀਰ ਜੀ, ਜਿੱਦਾਂ ਆਪਾਂ ਜਾਣਦੇ ਹੈਗੇ ਨਾ ਕਿ ਸੰਗਤ ਦੇ ਰੂਪ ਦੇ ਵਿੱਚ ਅਕਾਲ ਪੁਰਖ ਆਪ ਵਾਸ ਕਰਦੇ ਹਨ। ਜੇ ਸੰਗਤ ਦੇ ਸਾਹਮਣੇ ਹੀ ਆਪਾਂ ਜਿਹੜਾ ਸੱਚ ਆ ਉਹ ਨਾ ਲਿਆ ਸਕੇ, ਜਿਹੜੀ ਦਿਲ ਦੀ ਗੱਲ ਹੈ ਓਰੀਜਨਲੀ ਜਿਹੜੀ ਸਿੱਖ ਸੰਗਤ ਜੋ ਡਿਮਾਂਡ ਕਰਦੀ ਆ ਉਹੀ ਵਿਜ਼ੂਅਲਾਈਜ਼ ਨਹੀਂ ਕਰ ਸਕੇ, ਤੇ ਮੈਨੂੰ ਲੱਗਦਾ ਵੀਰ ਜੀ ਫਿਰ ਘਾਟ ਹੈ। ਬਿਲਕੁਲ ਜੀ, ਆਪ ਜੀ ਨੇ ਬਿਲਕੁਲ ਸਹੀ ਦੱਸਿਆ, ਪਰ ਜ਼ਰੂਰ ਮੈਂ ਸਮਝਦਾ ਕਿ ਜਿੰਨੇ ਵੀ ਸਾਡੇ ਆਗੂ ਉਹ ਵਧੀਆ ਅੱਛੇ ਪੋਜੀਸ਼ਨਾਂ ਨੇ ਔਰ ਸੰਗਤ ਦੀ ਸੇਵਾ ਵਾਸਤੇ ਉਹ ਵੀ ਬੜਾ ਬਿਹਤਰ ਕਰਨਾ ਚਾਹੁੰਦੇ ਨੇ, ਲੇਕਿਨ ਸ਼ਾਇਦ ਹੋ ਸਕਦਾ ਕਿ ਸਾਡਾ ਆਪਸੀ ਕੋਆਪਰੇਸ਼ਨ ਜਾਂ ਸਾਡੇ ਕੋਈ ਈਗੋ ਕਲੈਸ਼ਿਸ ਹੋ ਸਕਦੇ ਨੇ। ਅਸੀਂ ਉਹਨਾਂ ਨੂੰ ਖਤਮ ਕਰਕੇ ਅਸੀਂ ਕਾਮਨਲੀ ਇੱਕ ਪਲੇਟਫਾਰਮ ਤੇ ਬਹਿ ਕੇ ਅਸੀਂ ਸਰਕਾਰਾਂ ਦੇ ਸਨਮੁਖ ਵੀ ਹੋਣਾ ਚਾਹੀਦਾ ਕਿ ਸਾਨੂੰ ਕੀ ਚਾਹੀਦਾ। ਕੁਝ ਸਰਕਾਰਾਂ ਵੀ ਸਾਡੇ ਨਾਲ ਐਡਾ ਵੇਰਵਾ ਨਹੀਂ ਕਰ ਰਹੀਆਂ, ਲੇਕਿਨ ਕਿਤੇ ਨਾ ਕਿਤੇ ਕਮੀ ਸ਼ਾਇਦ ਸਾਡੇ ਵਿੱਚ ਹੈ ਕਿ ਅਸੀਂ ਆਪਣੀ ਡਿਮਾਂਡਾਂ ਨੂੰ ਸਹੀ ਤਰੀਕੇ ਨਾਲ ਪ੍ਰੋਜੈਕਟ ਨਹੀਂ ਕਰ ਸਕਦੇ। ਬਿਲਕੁਲ ਵੀਰ ਜੀ, ਔਰ ਜਿਹੜੀ ਸਿੱਖ ਸੰਗਤ ਹੈ ਜੰਮੂ ਕਸ਼ਮੀਰ ਦੀ, ਉਹਨਾਂ ਨੇ ਤਾਂ ਬਹੁਤ ਪਿਆਰ ਦਿੱਤਾ ਉਸ ਗੱਲਬਾਤ ਨੂੰ, ਔਰ ਇਹ ਉਮੀਦ ਵੀ ਜ਼ਾਹਿਰ ਕੀਤੀ ਹੈਗੀ ਹੈ ਕਿ ਤੁਸੀਂ ਜਿਹੜੀ ਇਨ ਫਿਊਚਰ ਹੈ ਇਹ ਜਿਹੜੀ ਸ਼ਬਦਾਵਲੀ ਹੈ ਤੁਸੀਂ ਆਪਣੀ ਅੱਗੇ ਰੱਖਣੀ ਹੈ ਔਰ ਇਦਾਂ ਹੀ ਤੁਸੀਂ ਸੇਵਾ ਕਰਦੇ ਰਹਿਣਾ ਤਾਂ ਕਿ ਫਿਰ ਤੋਂ ਮੁੜ ਤੋਂ ਆਪਾਂ ਸਟਾਰਟ ਕਰ ਸਕੀਏ ਸਾਰਾ ਜਿਹੜਾ ਭਵਿੱਖ। ਤਮਾਮ ਜੰਮੂ ਕਸ਼ਮੀਰ ਦੀ ਸਿੱਖ ਸੰਗਤ ਆਪ ਜੀ ਦੇ ਚੈਨਲ ਦੇ ਰਾਹੀਂ ਜਿਨ੍ਹਾਂ ਨੇ ਸਾਨੂੰ ਇਹ ਐਪਰੀਸ਼ੀਏਟ, ਜਿਨ੍ਹਾਂ ਨੇ ਇੰਨਾ ਪਿਆਰ ਬਖਸ਼ਿਆ, ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ। ਔਰ ਆਉਣ ਵਾਲੇ ਸਮੇਂ ਤੇ ਜੋ ਸਮੇਂ ਦੀ ਲੋੜ ਦੇ ਹਿਸਾਬ ਦੇ ਨਾਲ ਜੋ ਗੱਲ ਰੱਖਣ ਦੀ ਜ਼ਰੂਰਤ ਹੋਏਗੀ ਦਾਸ ਇਸੇ ਤਰੀਕੇ ਨਾਲ ਬੇਬਾਕੀ ਨਾਲ ਆਪਣੀ ਗੱਲ ਵੀ ਰੱਖਣਗੇ ਔਰ ਕੋਸ਼ਿਸ਼ ਕਰਾਂਗੇ ਕਿ ਸਰਕਾਰਾਂ ਦੇ ਮੁੱਕੇ ਹੋਏ ਜਾਂ ਆਪਣੇ ਆਗੂਆਂ ਨੂੰ ਹੁਣੇ ਬੈਠ ਕੇ ਇੱਕ ਸਾਂਝੇ ਪਲੇਟਫਾਰਮ ਤੇ ਅਸੀਂ ਗੱਲ ਕਰੀਏ ਤਾਂ ਕਿ ਸਾਡੇ ਜਿਹੜੇ ਛੋਟੇ-ਮੋਟੇ ਮਸਾਇਲ ਇਹਨਾਂ ਨੂੰ ਹੱਲ ਕੀਤਾ ਜਾ ਸਕੇ। ਔਰ ਸਾਰੀ ਸੰਗਤ ਨੂੰ ਵੀ ਔਰ ਸਾਰੇ ਆਗੂ ਜਿੰਨੀ ਵੀ ਪਾਰਟੀਆਂ ਹੋਣ, ਗੁਰਦੁਆਰੇ ਦੀ ਕਮੇਟੀਆਂ ਹੋਣ, ਆਪਾਂ ਹਮੇਸ਼ਾ ਹੀ ਜ਼ੋਰ ਦਿੰਦੇ ਆ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇੱਕ ਪਲੇਟਫਾਰਮ ਤੇ ਇਕੱਠੇ ਕਰਨਾ ਸਾਡਾ ਫਰਜ਼ ਬਣਦਾ ਹੈ, ਤੇ ਉਹਦੇ ਵਿੱਚ ਤੁਸੀਂ ਵੀ ਆਪਣਾ ਜਿਹੜਾ ਬਤੌਰ ਇੱਕ ਡੀਜੀਪੀਸੀ ਮੈਂਬਰ ਹੋਣ ਦੇ ਤੁਸੀਂ ਵੀ ਆਪਣਾ ਇਸ ਕੰਮ ਨੂੰ ਜਾਰੀ ਰੱਖਣਾ ਹੈ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ, ਔਰ ਆਸ ਕਰਦੇ ਹਾਂ ਕਿ ਤੁਸੀਂ ਜਿਹੜਾ ਇਨ ਫਿਊਚਰ ਇਸ ਚੀਜ਼ ਨੂੰ ਹੋਰ ਅੱਗੇ ਲੈ ਕੇ ਸੰਗਤ ਦੀ ਸੇਵਾ ਦੇ ਵਿੱਚ ਆਪਣਾ ਜਿਹੜਾ ਟਾਈਮ ਜਿਹੜਾ ਹੋਰ ਦੇ ਦਿਓ। ਵਿਸ਼ੇਸ਼ ਧੰਨਵਾਦ ਜੀ, ਆਪ ਜੀ ਨੇ ਕੱਲ ਕਵਰੇਜ ਵੀ ਕੀਤੀ, ਅੱਜ ਵੀ ਤੁਸੀਂ ਫੋਨ ਦੇ ਰਾਹੀਂ ਟੈਲੀਫੋਨਿਕਲੀ ਦਾਸ ਨੂੰ ਸੰਗਤ ਦੇ ਸਨਮੁਖ ਪੇਸ਼ ਕੀਤਾ। ਮੈਂ ਆਪ ਜੀ ਦਾ ਵਿਸ਼ੇਸ਼ ਤੌਰ ਤੇ ਹੁਣ ਚੈਨਲ ਦਾ ਵੀਰ ਬੇਅੰਤ ਜੀ ਦਾ, ਭੈਣ ਰਮਨ ਜੀ ਦਾ, ਆਪ ਜੀ ਦਾ ਵਿਸ਼ੇਸ਼ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੁਸੀਂ ਸੁਣ ਰਹੇ ਸੋ ਸ਼ਬਦ। ਆਪਣਾ ਫਰਜ਼ ਅਗਰ ਆਪਾਂ ਸਮਝਦੇ ਆ ਨਾ ਕਿ ਅਗਰ ਕਿਸੇ ਨੇ ਸਮਾਜ ਦੇ ਲਈ ਕੁਝ ਅੱਛੀ ਸੋਚ ਔਰ ਅੱਛੇ ਢੰਗ ਦੇ ਨਾਲ ਕੁਝ ਵਿਜ਼ੂਅਲਾਈਜ਼ ਕੀਤਾ, ਸਾਡਾ ਫਰਜ਼ ਬਣਦਾ ਉਹਨੂੰ ਆਪ ਜੀ ਤੱਕ ਪਹੁੰਚਾਉਣਾ। ਮੈਂ ਬਹੁਤ ਧੰਨਵਾਦ ਕਰਦਾ ਕਿ ਵੀਰ ਜੀ ਹੋਰਾਂ ਦਾ ਕਿ ਜਿਨ੍ਹਾਂ ਨੇ ਇੰਨਾ ਅੱਛਾ ਮੈਸੇਜ ਸਰਕੂਲੇਟ ਕੀਤਾ। ਯਕੀਨੀ ਤੌਰ ਤੇ ਹੋਰ ਵੀ ਰੱਖਦੇ ਹੋਣਗੇ, ਲੇਕਿਨ ਆਪਣੇ ਤੱਕ ਰੱਖਣਾ ਵਾਜਿਬ ਨਹੀਂ ਮੈਨੂੰ ਲੱਗਦਾ। ਵਾਜਿਬ ਤਦ ਹੀ ਹੈ ਜਦ ਤੁਸੀਂ ਸਾਰਿਆਂ ਨੂੰ ਇਕੱਠੇ ਕਰਨ ਦੀ ਲਈ ਇੱਕ ਕੋਸ਼ਿਸ਼ ਕਰੋਗੇ, ਇੱਕ ਆਸ ਰੱਖੋਗੇ, ਕਿਉਂਕਿ ਸਾਡੀ ਸਿੱਖ ਸੰਗਤ ਨਾ ਹੁਣ ਇੱਕ ਕਿਸਮ ਦਾ ਮੈਂ ਕਹਾਂ ਨਾ ਕੋਈ ਇੱਕ ਪੁਰਾਣੀ ਮੂਵੀ ਚੱਲਦੀ ਹੋਏ ਇਹਨੂੰ ਵੇਖ ਕੇ ਬੋਰ ਹੋ ਜਾਂਦਾ ਇਨਸਾਨ, ਬਾਰ-ਬਾਰ ਨਹੀਂ ਵੇਖਦਾ। ਤੇ ਇਹ ਉਹ ਜਿਹੜੇ ਇੱਕ ਟਾਈਮ ਚੱਲ ਰਿਹਾ ਕਿ ਆਪਾਂ ਉਹੀ ਸੁਣੀ ਜਾ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ, ਡਿਮਾਂਡਸ ਰੱਖ ਰਹੇ ਹਾਂ। ਕੋਈ ਇੱਕ ਤਾਂ ਡਿਮਾਂਡ ਦੱਸੋ ਜਿਹੜੀ ਪੂਰੀ ਹੋਈ ਹੋਏ। ਦਾਅਵੇ ਤੇ ਆਪਾਂ ਬਹੁਤ ਕੁਝ ਕਰਦੇ ਹਾਂ ਵੱਖੋ ਵੱਖਰੀ ਤਰੀਕੇ ਦੇ ਨਾਲ ਕਿ ਅੱਜ ਅਸੀਂ ਮੈਮੋਰੈਂਡਮ ਜਿਹੜੇ ਸਬਮਿਟ ਕਰਕੇ ਆਏ ਉਹਨੂੰ ਮੈਮੋਰੈਂਡਮ ਦੇ ਉੱਤੇ ਕੰਮ ਕਿੰਨਾ ਕੀਤਾ ਕਿ ਉਹ ਤਾਂ ਵੇਖੀਏ। ਆਓ ਇੱਕ ਵਾਰ ਮੁੜ ਤੋਂ ਇਕੱਠੇ ਹੋ ਕੇ ਆਵਾਜ਼ ਬਣੀਏ ਸਾਰੀ ਸਿੱਖ ਕਮਿਊਨਿਟੀ ਦੀ ਜੰਮੂ ਕਸ਼ਮੀਰ ਦੀ, ਤਾਂ ਕਿ ਸਾਨੂੰ ਜਿਹੜੇ ਮੁੱਦੇ ਹਨ ਉਹਨਾਂ ਤੇ ਡਿਸਕਸ਼ਨ ਕਰੀਏ ਤਾਂ ਕਿ ਜਿਹੜੇ ਸਾਡੇ ਸਾਰੇ ਮਸਲੇ ਉਹ ਹੱਲ ਹੋ ਸਕੇ। ਆਪਾਂ ਤੁਹਾਡੇ ਨਾਲ ਖੜੇ ਹਾਂ, ਜਦ ਕਦੀ ਤੁਹਾਨੂੰ ਜ਼ਰੂਰਤ ਪਏਗੀ ਆਪਾਂ ਤੁਹਾਡੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜੇ ਹਾਂ, ਕਿਉਂਕਿ ਤੁਹਾਡੇ ਹੀ ਆਸ਼ੀਰਵਾਦ ਦੇ ਨਾਲ ਆਪਾਂ ਹਮੇਸ਼ਾ ਹਰ ਇੱਕ ਚੀਜ਼ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਔਰ ਇਹ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਆਵਾਜ਼ ਨੂੰ ਅੱਗੇ ਲੈ ਕੇ ਆਈਏ। ਜੋ ਵੀ ਇਸ ਚੀਜ਼ ਦਾ ਦਰਦ ਰੱਖਦਾ ਉਹ ਜਰੂਰ ਕਮੈਂਟ ਦੇ ਰਾਹੀਂ ਔਰ ਇਸ ਵੀਡੀਓ ਨੂੰ ਸ਼ੇਅਰ ਕਰੇ ਵੱਧ ਤੋਂ ਵੱਧ, ਤਾਂ ਕਿ ਕਿਤੇ ਕੰਨ ਤੱਕ ਪੁੱਜ ਸਕੇ ਹਰ ਇੱਕ ਸ਼ਖਸ ਦੇ ਜਿਹੜਾ ਆਪਣੇ ਆਪ ਨੂੰ ਸਿੱਖ ਕੌਮ ਦਾ ਨੁਮਾਇੰਦਗੀ ਕਹਿੰਦਾ ਜਾਂ ਆਗੂ ਕਹਿੰਦਾ, ਉਹਦੇ ਤੱਕ ਪੁੱਜੀ ਔਰ ਇੱਕ ਪੋਜ਼ਿਟਿਵ ਸ਼ੁਰੂਆਤ ਮੁੜ ਤੋਂ ਕਰ ਸਕੀਏ ਪੂਰੀ ਸਿੱਖ ਕੌਮ ਨੂੰ। ਸਿੱਖ ਕੌਮ ਤਾਂ ਪਹਿਲੇ ਹੀ ਇਕੱਠੀ ਆ, ਆਗੂ ਹੀ ਇਕੱਠੇ ਨਹੀਂ। ਮੈਂ ਕਹਿੰਦਾ ਇਹ 2-3% ਗਿਣਤੀ ਹੈ, ਜ਼ਿਆਦਾ ਟਾਈਮ ਨਹੀਂ ਲੱਗੇਗਾ ਅਗਰ ਛੋਟੀ ਜੀ ਆਪਾਂ ਕੋਸ਼ਿਸ਼ ਕਰੀਏ। ਬਹੁਤ ਬਹੁਤ ਧੰਨਵਾਦ, ਆਪ ਜੀ ਪਿਆਰ ਦਿੰਦੇ ਹੋ। ਉਮੀਦ ਹੈ ਕਿ ਤੁਸੀਂ ਆਪਣਾ ਪਿਆਰ ਕਮੈਂਟਾਂ ਰਾਹੀਂ ਵੀ ਦਿਓਗੇ ਔਰ ਸਪੈਸ਼ਲੀ ਕੁਐਸਚਨ ਇਸ ਚੀਜ਼ ਦੇ ਉੱਤੇ ਜ਼ਰੂਰ ਲੈਣਾ ਕਿ ਕਦ ਤੱਕ ਆਪਣੇ ਹੱਕਾਂ ਦੇ ਲਈ ਅਸੀਂ ਮੰਗਦੇ ਰਵਾਂਗੇ, ਕਦ ਤੱਕ ਵੱਖਰੇ ਹੋ ਕੇ ਆਪਣੀ ਡਿਮਾਂਡਸ ਜਿਹੜੀ ਨੇ ਉਹ ਕਾਊਂਟਰ ਤੇ ਸਬਮਿਟ ਕਰਦੇ ਰਹਾਂਗੇ, ਜਿਹਨੂੰ ਆਪਾਂ ਮੈਮੋਰੈਂਡਮ ਕਹਿੰਦੇ ਆ, ਚਾਹੇ ਉਹ ਕੋਈ ਵੀ ਰਿਪਰੈਜ਼ੈਂਟੇਟਿਵ ਹੋਏ ਸਾਡੇ ਜੰਮੂ ਕਸ਼ਮੀਰ ਦਾ ਜਾਂ ਬਾਹਰ ਦਾ ਕੋਈ ਐਡਮਿਨਿਸਟ੍ਰੇਸ਼ਨ ਦਾ ਜਿਹੜੇ ਸਾਡੇ ਜੰਮੂ ਕਸ਼ਮੀਰ ਚ ਆਉਂਦਾ। ਇੰਨਾ ਹੀ ਕਹਿੰਦਾ ਹੋਇਆ ਅਲਫਾਜ਼ ਕੋਈ ਵਾਦੀ ਘਾਟੀ ਰਹਿ ਗਈ, ਆਪ ਜੀ ਦੇ ਸ਼ਮਾ ਦਾ ਜਾਚੇਗਾ। ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।